ਮੈਂ ਦਹੇਜ ਦਾ ਇੱਕ ਬੈੱਡ ਲੈ ਕੇ ਆਈ ਸੀ, ਪਰ ਸੱਸ ਨੇ ਉਸੇ ਰਾਤ ਬੈੱਡ ਕਮਰੇ ਵਿੱਚੋਂ ਬਾਹਰ ਕਢਵਾ ਦਿੱਤਾ ਤੇ ਕਹਿਣ ਲੱਗੀ, ਇੱਥੇ ਕੋਈ ਪਲੰਘ 'ਤੇ ਨਹੀਂ ਸੌਂਦਾ, ਸਾਰੇ ਜ਼ਮੀਨ 'ਤੇ ਸੌਂਦੇ ਨੇ। ਮੈਨੂੰ ਬਹੁਤ ਅਜੀਬ ਲੱਗਿਆ, ਪਰ ਮੈਂ ਚੁੱਪ ਰਹੀ ਕਿਉਂਕਿ ਮੇਰੇ ਘਰ ਵਾਲੇ ਨੇ ਕਿਹਾ ਸੀ ਕਿ ਮਾਂ ਕੁਝ ਵੀ ਕਵੇ, ਚੁੱਪ ਰਹਿਣਾ ਹੈ, ਨਹੀਂ ਤਾਂ ਤਲਾਕ ਦੇ ਦੇਵਾਂਗਾ। ਫਿਰ ਮੇਰੀ ਸੱਸ ਨੇ ਮੈਨੂੰ ਇੱਕ ਚਾਦਰ ਤੇ ਸਿਰਹਾਣਾ ਦਿੱਤਾ ਤੇ ਕਹਿਣ ਲੱਗੀ, ਇਸ 'ਤੇ ਸੌਣਾ ਹੈ। ਮੈਂ ਮੰਨ ਗਈ, ਪਰ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਚਾਦਰ 'ਤੇ ਤਾਂ ਮੇਰਾ ਨਾਂ ਨੇਹਾ ਹੈ ਤੇ ਮੈਂ ਪੂਰੇ ਘਰ ਦੀ ਲਾਡਲੀ ਧੀ ਸੀ, ਮਾਂ ਦੀ ਜਾਨ ਤੇ ਪਿਓ ਦੇ ਦਿਲ ਦਾ ਟੁਕੜਾ, ਭਾਬੀ ਦੀ ਸਭ ਤੋਂ ਚੰਗੀ ਦੋਸਤ ਸੀ। ਮੈਂ ਬੜੇ ਲਾਡਾਂ ਨਾਲ ਪਾਲੀ ਸੀ। ਘਰ ਵਿੱਚ ਕੀ ਪਕਾਉਣਾ ਹੈ, ਇੱਥੋਂ ਤੱਕ ਮੈਂ ਤੈਅ ਕਰਦੀ ਸੀ ਜਿੱਦਾਂ ਕੋਈ ਰਾਜਕੁਮਾਰੀ ਹੋਵਾਂ। ਮੇਰੀ ਕੋਈ ਵੀ ਫਰਮਾਇਸ਼ ਕਦੀ ਵੀ ਰੱਦ ਨਹੀਂ ਕੀਤੀ ਜਾਂਦੀ ਸੀ। ਇੱਕ ਦਿਨ ਭਾਬੀ ਪੇਕਿਆਂ ਨੂੰ ਕੁਝ ਦਿਨ ਰਹਿਣ ਲਈ ਜਾ ਰਹੀ ਸੀ ਤਾਂ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਤੁਸੀਂ ਨਾ ਜਾਓ, ਮੇਰਾ ਦਿਲ ਤੁਹਾਡੇ ਬਿਨਾਂ ਨਹੀਂ ਲੱਗਦਾ। ਭਾਬੀ ਦਾ ਜਾਣਾ ਜ਼ਰੂਰੀ ਸੀ, ਇਸ ਲਈ ਮੇਰੇ ਭਰਾ ਨੇ ਕਿਹਾ, ਨੇਹਾ ਭਾਬੀ ਨੂੰ ਜਾਣ ਦੇ, ਜੇ ਉਹ ਜਾਣਾ ਚਾਹੁੰਦੀ ਹੈ, ਜੇ ਤੂੰ ਜਾਣਾ ਹੈ ਤਾਂ ਤੂੰ ਚਲੀ ਜਾ। ਹੋਰ ਮੈਨੂੰ ਕੀ ਚਾਹੀਦਾ ਸੀ। ਮੈਂ ਫਟਾਫਟ ਤਿਆਰ ਹੋ ਗਈ ਤੇ ਆਪਣਾ ਬੈਗ ਤਿਆਰ ਕਰਕੇ ਭਾਬੀ ਤੋਂ ਪਹਿਲਾਂ ਵਿੱਚ ਜਾ ਕੇ ਬੈਠ ਗਈ। ਮੈਂ ਬਹੁਤ ਖੁਸ਼ ਸੀ, ਪਰ ਮੈਨੂੰ ਏਦਾਂ ਲੱਗ ਰਿਹਾ ਸੀ ਜਿੱਦਾਂ ਭਾਬੀ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਚਾਹੁੰਦੀ ਸੀ। ਇੱਕ ਦੋ ਵਾਰ ਮਨ ਵਿੱਚ ਆਇਆ ਕਿ ਗੱਡੀ ਤੋਂ ਉੱਤਰ ਜਾਂਦੀ ਆ, ਫਿਰ ਮੈਨੂੰ ਰੱਬ ਨੇ ਇੰਨਾ ਢੀਠ ਬਣਾ ਦਿੱਤਾ ਸੀ ਕਿ ਕਿਸੇ ਦੀ ਪਰਵਾਹ ਨਹੀਂ ਸੀ ਕਰਦੀ, ਜੋ ਦਿਲ ਵਿੱਚ ਆਉਂਦਾ ਸੀ ਬਸ ਉਹੀ ਕਰਦੀ ਸੀ। ਮੈਂ ਭਾਬੀ ਦੇ ਨਾਲ ਉਸਦੇ ਪੇਕੇ ਚਲੀ ਗਈ। ਉਹਦੇ ਮੰਮੀ ਪਾਪਾ ਨੇ ਮੇਰੀ ਬਹੁਤ ਸੇਵਾ ਕੀਤੀ, ਮੇਰੇ ਅੱਗੇ ਪਿੱਛੇ ਫਿਰ ਰਹੇ ਸੀ। ਮੈਨੂੰ ਪਤਾ ਲੱਗਿਆ ਕਿ ਭਾਬੀ ਦਾ ਭਰਾ ਦਫ਼ਤਰ ਦੀਆਂ ਛੁੱਟੀਆਂ ਤੋਂ ਘਰ ਆਇਆ ਹੋਇਆ ਸੀ, ਕਿਉਂਕਿ ਉਹ ਦੂਜੇ ਸ਼ਹਿਰ ਵਿੱਚ ਰਹਿੰਦਾ ਸੀ। ਹੁਣ ਮੈਨੂੰ ਸਮਝ ਆ ਗਿਆ ਸੀ ਕਿ ਭਾਬੀ ਦਾ ਕਿਹੜਾ ਜ਼ਰੂਰੀ ਕੰਮ ਸੀ। ਦਰਅਸਲ ਉਹ ਆਪਣੇ ਭਰਾ ਦੇ ਕੋਲ ਰਹਿਣ ਆਈ ਸੀ। ਮੈਂ ਆਪਣੀ ਭਾਬੀ ਦੇ ਭਰਾ ਨੂੰ ਉਹਨਾਂ ਦੇ ਵਿਆਹ ਵਿੱਚ ਹੀ ਦੇਖਿਆ ਸੀ, ਉਸ ਤੋਂ ਬਾਅਦ ਕਦੀ ਉਹ ਸਾਡੇ ਨਹੀਂ ਆਇਆ ਸੀ। ਭਾਬੀ ਦੇ ਭਰਾ ਦਾ ਨਾਂ ਸੁਨੀਲ ਸੀ, ਉਹ ਬਹੁਤ ਚੰਗਾ ਸੀ। ਉਸਨੇ ਭਾਬੀ ਨੂੰ ਕਿਹਾ ਕਿ ਮੈਂ ਇੰਨੀ ਸੈਰ ਕਰਾਵਾਂਗਾ ਕਿ ਤੂੰ ਥੱਕ ਜਾਵੇਂਗੀ। ਮੈਂ ਵੀ ਬਹੁਤ ਖੁਸ਼ ਹੋ ਗਈ ਤੇ ਕਹਿਣ ਲੱਗੀ ਕਿ ਮੈਂ ਵੀ ਬੰਬੇ ਦੀ ਸੈਰ ਕਰਨਾ ਚਾਹੁੰਦੀ ਹਾਂ। ਉਸਨੇ ਕਿਹਾ ਕਿ ਹਾਂ, ਤੂੰ ਵੀ ਸਾਡੇ ਨਾਲ ਚੱਲੀ। ਮੈਂ, ਭਾਬੀ ਅਤੇ ਸੁਨੀਲ ਬਹੁਤ ਘੁੰਮ ਕੇ ਆਏ। ਹਰ ਦਿਨ ਅਸੀਂ ਘੁੰਮਣ ਜਾਂਦੇ ਸੀ। ਮੈਨੂੰ ਬਹੁਤ ਚੰਗਾ ਲੱਗਣ ਲੱਗਿਆ ਸੀ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਵਿਆਹ ਬਸ ਉਹਦੇ ਨਾਲ ਹੀ ਹੋਣਾ ਚਾਹੀਦਾ। ਇੱਕ ਦਿਨ ਮੇਰੀ ਭਾਬੀ ਬੋਲੀ, ਨੇਹਾ ਚੰਗੀ ਤਰ੍ਹਾਂ ਤਿਆਰ ਹੋ ਜਾਈਂ, ਅੱਜ ਸੁਨੀਲ ਦੀ ਮੰਗੇਤਰ ਨੂੰ ਮਿਲਣ ਜਾਵਾਂਗੇ। ਮੈਨੂੰ ਆਪਣੀ ਭਾਬੀ ਦੀ ਇਹਨਾਂ ਗੱਲਾਂ ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਂ ਕਿਹਾ, ਤੁਸੀਂ ਇਹ ਕੀ ਕਹਿ ਰਹੇ ਹੋ? ਪਿੱਛੋਂ ਤੋਂ ਸੁਨੀਲ ਦੀ ਆਵਾਜ਼ ਆਈ। ਉਹ ਕਹਿਣ ਲੱਗਿਆ ਕਿ ਮੈਂ ਕੁਝ ਮਹੀਨੇ ਪਹਿਲਾਂ ਹੀ ਆਪਣੀ ਪਸੰਦ ਦੀ ਕੁੜੀ ਨਾਲ ਮੰਗਣੀ ਕਰ ਲਈ ਸੀ, ਉਸ ਨੂੰ ਪ੍ਰਪੋਜ਼ ਕਰਕੇ ਅੰਗੂਠੀ ਵੀ ਪਾ ਦਿੱਤੀ ਸੀ। ਹੁਣ ਮੈਂ ਘਰਦਿਆਂ ਨੂੰ ਉਸਦੇ ਘਰ ਰਿਸ਼ਤਾ ਮੰਗਣ ਲਈ ਭੇਜ ਰਿਹਾ ਹਾਂ। ਮੈਂ ਝੱਟ ਨਾਲ ਕਿਹਾ, ਨਹੀਂ ਸੁਨੀਲ, ਭਾਬੀ ਏਦਾਂ ਦਾ ਕੁਝ ਨਹੀਂ ਕਰੇਗੀ, ਕਿਉਂਕਿ ਮੈਂ ਤੁਹਾਨੂੰ ਪਸੰਦ ਕਰਦੀ ਹਾਂ ਤੇ ਤੇਰਾ ਵਿਆਹ ਬਸ ਮੇਰੇ ਨਾਲ ਹੀ ਹੋਊਗਾ। ਸੁਨੀਲ ਦੇ ਮੱਥੇ 'ਚ ਵਲ ਪੈ ਗਏ ਸੀ। ਉਹ ਕਹਿਣ ਲੱਗਾ, ਫਜ਼ੂਲ ਦੀ ਗੱਲ ਮੈਨੂੰ ਚੰਗੀ ਨਹੀਂ ਲੱਗਦੀ। ਤੂੰ ਬੱਚੀ ਹੈ ਤੇ ਬੱਚੀ ਬਣ ਕੇ ਰਹਿ। ਅੱਜ ਤੋਂ ਬਾਅਦ ਆਪਣੇ ਮੂੰਹ ਤੋਂ ਇਹੋ ਜਿਹੀ ਗੱਲ ਨਹੀਂ ਕਰਨੀ। ਅੱਜ ਤੂੰ ਆਪਣੀ ਭਾਬੀ ਦੇ ਨਾਲ ਮੇਰੀ ਮੰਗੇਤਰ ਦੇ ਘਰ ਜਾਣਾ, ਸਮਝ ਵਿੱਚ ਆ ਗਿਆ? ਸੁਨੀਲ ਨੇ ਮੇਰੇ ਨਾਲ ਬੜੀ ਤੇਜ਼ੀ ਨਾਲ ਗੱਲ ਕੀਤੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਮੈਂ ਬਿਨਾਂ ਕੁਝ ਬੋਲੇ ਕਮਰੇ ਵਿੱਚ ਚਲੀ ਗਈ ਤੇ ਅੰਦਰੋਂ ਕਮਰਾ ਬੰਦ ਕਰਕੇ ਰੋਣ ਲੱਗ ਗਈ ਸੀ। ਇਸ ਤਰ੍ਹਾਂ ਕਮਰਾ ਬੰਦ ਕਰਨ ਦੀ ਵਜ੍ਹਾ ਨਾਲ ਭਾਬੀ ਦੇ ਪਰਿਵਾਰ ਨੂੰ ਮੇਰੀ ਚਿੰਤਾ ਹੋ ਗਈ। ਭਾਬੀ ਦੀ ਡਰੀ ਹੋਈ ਆਵਾਜ਼ ਆ ਰਹੀ ਸੀ। ਉਹ ਮੈਨੂੰ ਰੱਬ ਦੀ ਸਹੁੰ ਦੇ ਰਹੀ ਸੀ ਤੇ ਮੈਨੂੰ ਬੇਨਤੀ ਕਰ ਰਹੀ ਸੀ ਕਿ ਨੇਹਾ ਦਰਵਾਜ਼ਾ ਖੋਲ੍ਹ ਦੇ। ਫਿਰ ਭਾਬੀ ਦੇ ਮਾਂ-ਪਿਓ ਵੀ ਦਰਵਾਜ਼ਾ ਖੜਕਾ ਰਹੇ ਸੀ। ਸੁਨੀਲ ਨੇ ਵੀ ਦਰਵਾਜ਼ਾ ਖੜਕਾਇਆ ਤੇ ਕਿਹਾ, ਨੇਹਾ ਦਰਵਾਜ਼ਾ ਖੋਲ੍ਹ ਦੇ ਤਾਂ ਮੈਂ ਤੈਨੂੰ ਸਮੁੰਦਰ ਦੇ ਕਿਨਾਰੇ ਲੈ ਕੇ ਜਾਊਂਗਾ। ਮੈਂ ਆਪਣੇ ਹੰਝੂ ਸਾਫ਼ ਕਰਕੇ ਜਲਦੀ ਨਾਲ ਦਰਵਾਜ਼ਾ ਖੋਲ੍ਹ ਦਿੱਤਾ। ਮੇਰੀ ਭਾਬੀ ਨੇ ਮੈਨੂੰ ਗਲ ਨਾਲ ਲਾ ਲਿਆ, ਮੈਨੂੰ ਪਿਆਰ ਕਰਨ ਲੱਗੀ ਤੇ ਕਹਿਣ ਲੱਗੀ, ਹਾਂ ਤੂੰ ਅੱਜ ਮੇਰੀ ਜਾਨ ਹੀ ਕੱਢ ਦਿੱਤੀ ਸੀ। ਫਿਰ ਉਸਦੇ ਮਾਂ-ਪਿਓ ਵੀ ਮੈਨੂੰ ਸਮਝਾਉਂਦੇ ਰਹੇ ਕਿ ਨੇਹਾ ਇਸ ਤਰ੍ਹਾਂ ਗੱਲ ਤੇ ਨਾਰਾਜ਼ ਹੋ ਕੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਨਹੀਂ ਕਰਦੇ। ਮੈਂ ਭਾਬੀ ਦੀ ਨਣਦ ਸੀ, ਜਾਣਦੀ ਸੀ ਕਿ ਮੇਰਾ ਭਲੜਾ ਭਾਰੀ ਸੀ। ਸ਼ਾਮ ਨੂੰ ਸੁਨੀਲ ਮੈਨੂੰ ਆਪਣੇ ਨਾਲ ਲੈ ਗਿਆ ਤੇ ਸਮੁੰਦਰ ਦੇ ਕਿਨਾਰੇ ਬੈਠ ਕੇ ਸੁਨੀਲ ਨੇ ਕਿਹਾ, ਨੇਹਾ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ, ਇਸ ਵਿੱਚ ਕੁਝ ਕੰਡੇ ਵੀ ਹੁੰਦੇ ਨੇ, ਉਹਨਾਂ ਨੂੰ ਬਰਦਾਸ਼ਤ ਵੀ ਕਰਨਾ ਪੈਂਦਾ ਹੈ। ਆਪਾਂ ਇਨਸਾਨ ਹਾਂ ਤੇ ਜ਼ਿੰਦਗੀ ਇੱਕ ਇਮਤਿਹਾਨ ਹੈ। ਤੂੰ ਅੱਜ ਤੱਕ ਬਹੁਤ ਦੇਖਿਆ ਹੈ ਆਪਣੀ ਜ਼ਿੰਦਗੀ ਵਿੱਚ, ਜਦੋਂ ਕਿ ਮੈਂ ਆਪਣੇ ਜੀਵਨ ਵਿੱਚ ਬਹੁਤ ਸੰਘਰਸ਼ ਕੀਤਾ ਹੈ। ਰੋਜੀ ਰੋਟੀ ਲਈ ਦੂਜੇ ਸ਼ਹਿਰ ਵਿੱਚ ਰਹਿੰਦਾ ਹਾਂ, ਆਪਣੇ ਮਾਂ-ਪਿਓ ਤੋਂ ਦੂਰ ਰਹਿੰਦਾ ਹਾਂ, ਆਪਣੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਝੱਲਦਾ ਹਾਂ।
ਪਰ ਮੇਰੇ ਜੀਵਨ ਵਿੱਚ ਇੱਕ ਹੀ ਖੁਸ਼ੀ ਹੈ ਤੇ ਉਹ ਹੈ ਮੇਰੀ ਮੰਗੇਤਰ। ਉਸ ਨੂੰ ਮੇਰੇ ਤੋਂ ਨਾ ਖੋ। ਤੇਰੀ ਜ਼ਿੰਦਗੀ ਦਾ ਵੀ ਸੰਘਰਸ਼ ਸ਼ੁਰੂ ਹੋ ਗਿਆ ਹੈ। ਤੂੰ ਮੈਨੂੰ ਪਸੰਦ ਕਰਦੀ ਹੈ ਪਰ ਮੈਂ ਤੈਨੂੰ ਨਹੀਂ ਮਿਲਾਂਗਾ। ਜਦੋਂ ਤੂੰ ਰੱਬ ਦੇ ਕੋਲ ਜਾਵੇਂਗੀ, ਜੀਵਨ ਦਾ ਚੱਕਰ ਏਦਾਂ ਹੀ ਚੱਲਦਾ ਹੈ, ਉਦੋਂ ਤੇਰੀ ਅੱਖ ਖੁੱਲ੍ਹ ਜਾਵੇਗੀ। ਜਦੋਂ ਤੇਰੀ ਅੱਖ ਖੁੱਲ੍ਹੀ ਤਾਂ ਰੱਬ ਦੇ ਬਣਾਏ ਇਸ ਕੁਦਰਤ ਦੇ ਨਿਯਮਾਂ ਨੂੰ ਦੇਖੇਂਗੀ। ਉਦੋਂ ਮਹਿਸੂਸ ਕਰੇਂਗੀ ਤੇ ਰੱਬ ਦਾ ਧੰਨਵਾਦ ਕਰੇਂਗੀ। ਅੱਜ ਦੇ ਬਾਅਦ ਤੂੰ ਮੇਰੇ ਲਈ ਕਦੇ ਜਿੱਦ ਨਾ ਕਰੇਂਗੀ। ਹੁਣ ਤੂੰ ਕੱਲ੍ਹ ਮੇਰਾ ਰਿਸ਼ਤਾ ਲੈ ਕੇ ਮਾਂ-ਪਿਓ ਅਤੇ ਆਪਣੀ ਭਾਬੀ ਨਾਲ ਉਸ ਦੇ ਘਰ ਜਾਈਂ। ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੀ, ਸੁਨੀਲ, ਮੈਂ ਵਿਆਹ ਕਰਾਂਗੀ ਤਾਂ ਸਿਰਫ ਤੇ ਸਿਰਫ ਤੇਰੇ ਨਾਲ। ਸੁਨੀਲ ਨੇ ਗੁੱਸੇ ਨਾਲ ਮੈਨੂੰ ਕਿਹਾ, ਤੈਨੂੰ ਸਮਝਾਉਣਾ ਬੇਕਾਰ ਹੈ। ਚੱਲ ਉੱਠ, ਘਰ ਵਾਪਸ ਚੱਲ। ਜ਼ਬਰਦਸਤੀ ਘਰ ਲੈ ਗਿਆ ਸੀ। ਮੈਂ ਰਾਤ ਦੀ ਰੋਟੀ ਨਹੀਂ ਖਾਧੀ ਸੀ ਤੇ ਆਪਣੇ ਭਰਾ ਨੂੰ ਫੋਨ ਕਰ ਦਿੱਤਾ ਤੇ ਕਿਹਾ ਕਿ ਤੁਸੀਂ ਮੈਨੂੰ ਆ ਕੇ ਇੱਥੋਂ ਲੈ ਜਾਓ। ਮੇਰਾ ਦਿਲ ਨਹੀਂ ਲੱਗ ਰਿਹਾ ਹੈ। ਮੇਰਾ ਭਰਾ ਬਹੁਤ ਪਰੇਸ਼ਾਨ ਹੋ ਗਿਆ ਸੀ। ਉਹ ਮੈਨੂੰ ਪੁੱਛਣ ਲੱਗੇ, ਨੇਹਾ ਦੱਸ ਗੱਲ ਕੀ ਹੋਈ ਹੈ। ਮੈਂ ਕਿਹਾ, ਬਸ ਤੁਸੀਂ ਮੈਨੂੰ ਇੱਥੋਂ ਸਵੇਰੇ ਲੈ ਜਾਓ, ਫਿਰ ਮੈਂ ਤੁਹਾਨੂੰ ਸਭ ਕੁਝ ਦੱਸ ਦੇਵਾਂਗੀ। ਭਰਾ ਨੇ ਹਾਂ ਕਰ ਦਿੱਤੀ ਸੀ ਤੇ ਮੈਂ ਸੌਂ ਗਈ ਸੀ। ਅਗਲੇ ਦਿਨ ਵੀ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਰੱਖਿਆ। ਮੇਰਾ ਭਰਾ 3 ਵਜੇ ਆ ਗਿਆ ਸੀ। ਫਿਰ ਮੈਂ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਭਰਾ ਨੂੰ ਲਿਪਟ ਕੇ ਰੋਣ ਲੱਗੀ। ਮੇਰਾ ਭਰਾ ਪੁੱਛ ਰਿਹਾ ਸੀ, ਕੀ ਗੱਲ ਹੋ ਗਈ, ਤੂੰ ਕਿਉਂ ਰੋ ਰਹੀ ਹੈ। ਮੈਂ ਕਿਹਾ, ਬਸ ਤੁਸੀਂ ਮੈਨੂੰ ਘਰ ਲੈ ਚੱਲੋ, ਮੈਂ ਉੱਥੇ ਜਾ ਕੇ ਸਭ ਕੁਝ ਦੱਸ ਦੇਵਾਂਗੀ। ਭਰਾ ਨੇ ਭਾਬੀ ਨੂੰ ਤਿਆਰ ਹੋਣ ਨੂੰ ਕਿਹਾ। ਭਾਬੀ ਬੋਲੀ, ਮੈਂ ਹਾਲੇ ਨਹੀਂ ਆਉਣਾ, ਮੈਂ ਕੁਝ ਦਿਨ ਇੱਥੇ ਰੁਕਣਾ ਹੈ। ਮੇਰੇ ਭਰਾ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ਸੀ। ਬੋਲੇ, ਨਹੀਂ, ਤੂੰ ਮੇਰੇ ਨਾਲ ਹੀ ਚੱਲ, ਜਾ ਕੇ ਪੈਕਿੰਗ ਕਰ। ਭਾਬੀ ਨੇ ਬੜੇ ਦੁਖੀ ਮਨ ਦੇ ਨਾਲ ਪੈਕਿੰਗ ਕੀਤੀ ਤੇ ਤਿਆਰੀ ਕਰ ਲਈ ਸੀ। ਜਾਣ ਤੋਂ ਪਹਿਲਾਂ ਮੈਂ ਸੁਨੀਲ ਦੇ ਕਮਰੇ ਵਿੱਚ ਗਈ ਤੇ ਕਿਹਾ, ਅੱਜ ਮੈਂ ਇੱਥੋਂ ਸਿਰਫ ਇਸ ਲਈ ਜਾ ਰਹੀ ਹਾਂ ਤਾਂ ਕਿ ਤੇਰੀ ਘਰਵਾਲੀ ਬਣ ਕੇ ਫੇਰ ਇੱਥੇ ਵਾਪਸ ਆ ਸਕਾਂ। ਰਾਸਤੇ ਵਿੱਚ ਭਾਬੀ ਮੇਰਾ ਭਰਾ ਗੱਲਾਂ ਸੁਣਾਉਂਦਾ ਜਾ ਰਿਹਾ ਸੀ ਕਿ ਮੈਂ ਤੇਰੇ ਯਕੀਨ ਕਰਕੇ ਆਪਣੀ ਭੈਣ ਨੂੰ ਤੇਰੇ ਨਾਲ ਭੇਜਿਆ ਸੀ। ਤੂੰ ਸ਼ਾਇਦ ਉਸ ਦਾ ਖਿਆਲ ਨਹੀਂ ਰੱਖਿਆ। ਦੇਖ ਉਸ ਦਾ ਕਿੰਨਾ ਬੁਰਾ ਹਾਲ ਹੋ ਗਿਆ ਹੈ। ਘਰ ਜਾ ਕੇ ਮੈਂ ਦੇਖਿਆ ਕਿ ਮਾਂ ਤੇ ਪਾਪਾ ਮੇਰੀ ਚਿੰਤਾ ਵਿੱਚ ਸੀ। ਮੈਂ ਜਾਣਦੀ ਸੀ ਕਿ ਮੇਰੀ ਜ਼ਰਾ ਜਿਹੀ ਵੀ ਪਰੇਸ਼ਾਨੀ ਨਾਲ ਪੂਰਾ ਘਰ ਪਰੇਸ਼ਾਨ ਹੋ ਜਾਂਦਾ ਸੀ। ਪਾਪਾ ਨੇ ਮੈਨੂੰ ਗਲ ਨਾਲ ਲਾ ਕੇ ਪਿਆਰ ਕੀਤਾ ਤੇ ਬੋਲੇ, ਨੇਹਾ, ਮੈਨੂੰ ਦੱਸ, ਪਰੇਸ਼ਾਨੀ ਹੈ, ਤੂੰ ਕਿਉਂ ਰੋ ਰਹੀ ਹੈ। ਮੈਂ ਬੋਲੀ, ਪਾਪਾ, ਮੈਂ ਭਾਬੀ ਦੇ ਭਰਾ ਸੁਨੀਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ, ਪਰ ਉਸਨੇ ਮੈਨੂੰ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਤੁਸੀਂ ਸਾਰੇ ਮਿਲ ਕੇ ਉਸ ਨੂੰ ਸਮਝਾਓ ਤਾਂ ਜੋ ਮੇਰੇ ਨਾਲ ਵਿਆਹ ਕਰਵਾਉਣ ਨੂੰ ਰਾਜ਼ੀ ਹੋ ਜਾਵੇ। ਮੇਰੀ ਮਾਂ ਬਹੁਤ ਖੁਸ਼ ਹੋ ਗਈ ਸੀ। ਬੋਲੀ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਵੇਗੀ। ਜਿਸ ਤਰ੍ਹਾਂ ਅਸੀਂ ਮਾਲਾ ਨੂੰ ਆਪਣੀ ਧੀ ਬਣਾ ਕੇ ਰੱਖਿਆ ਹੈ, ਬਿਲਕੁਲ ਉਸੇ ਤਰ੍ਹਾਂ ਮਾਲਾ ਦੇ ਮਾਂ-ਪਿਓ ਵੀ ਸਾਡੀ ਨੇਹਾ ਨੂੰ ਆਪਣੀ ਧੀ ਬਣਾ ਕੇ ਰੱਖਣਗੇ। ਭਾਬੀ ਬਹੁਤ ਪਰੇਸ਼ਾਨ ਸੀ। ਉਹ ਕਹਿਣ ਲੱਗੀ ਕਿ ਮੰਮੀ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਸੁਨੀਲ ਦੀ ਮੰਗਣੀ ਹੋ ਚੁੱਕੀ ਹੈ। ਉਸਨੇ ਆਪਣੀ ਪਸੰਦ ਦੀ ਕੁੜੀ ਨਾਲ ਮੰਗਣੀ ਕਰਵਾ ਲਈ ਹੈ ਤੇ ਉਸ ਨੂੰ ਅੰਗੂਠੀ ਵੀ ਪਾ ਦਿੱਤੀ ਹੈ। ਹੁਣ ਕੱਲ੍ਹ ਮੇਰੇ ਮਾਂ-ਪਿਓ ਗੱਲ ਪੱਕੀ ਕਰਕੇ ਆਉਣਗੇ। ਮੇਰੀ ਮਾਂ ਦੇ ਮੱਥੇ ਵਿੱਚ ਵਲ ਪੈ ਗਏ ਸੀ। ਉਹ ਕਹਿਣ ਲੱਗੀ, ਤੂੰ ਤਾਂ ਇੱਕ ਗੈਰਾਂ ਵਾਲੀ ਗੱਲ ਕਰ ਦਿੱਤੀ। ਮਾਲਾ, ਲੋਕਾਂ ਦੇ ਵਿਆਹ ਟੁੱਟ ਜਾਂਦੇ ਨੇ ਤਾਂ ਕਿ ਤੇਰਾ ਭਰਾ ਆਪਣੀ ਮੰਗਣੀ ਨਹੀਂ ਤੋੜ ਸਕਦਾ। ਭਾਬੀ ਬੋਲੀ, ਨਹੀਂ ਮੰਮੀ ਜੀ, ਉਹ ਨਹੀਂ ਤੋੜ ਸਕਦਾ ਕਿਉਂਕਿ ਉਹ ਉਸ ਕੁੜੀ ਨਾਲ ਬਹੁਤ ਪਿਆਰ ਕਰਦਾ ਹੈ। ਤੇ ਉਹ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੀ ਗਈ ਸੀ। ਮਾਂ ਨੇ ਮੇਰੇ ਭਰਾ ਨਾਲ ਗੱਲ ਕੀਤੀ ਕਿ ਉਹਨਾਂ ਕਿਹਾ ਕਿ ਤੂੰ ਮਾਲਾ ਨੂੰ ਕਹਿ ਕਿ ਸੁਨੀਲ ਦਾ ਰਿਸ਼ਤਾ ਮੇਰੀ ਧੀ ਨਾਲ ਕਰੇ। ਹੁਣ ਸਾਡੇ ਘਰ ਵਿੱਚ ਬਹਿਸ ਚੱਲ ਰਹੀ ਸੀ। ਮਾਂ ਨੇ ਭਾਬੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਸੁਨੀਲ ਮੇਰੀ ਨੇਹਾ ਨਾਲ ਵਿਆਹ ਨਹੀਂ ਕਰੇਗਾ ਤਾਂ ਅਸੀਂ ਤੈਨੂੰ ਤਲਾਕ ਦੇ ਦੇਵਾਂਗੇ। ਹੁਣ ਭਾਬੀ ਬਹੁਤ ਪਰੇਸ਼ਾਨ ਹੋ ਗਈ ਸੀ। ਉਹ ਆਪਣੇ ਪੇਕੇ ਫੋਨ ਕਰ ਰਹੀ ਸੀ, ਪਰ ਕਿਸੇ ਨੇ ਉਸ ਦੀ ਗੱਲ ਨਾ ਸੁਣੀ। ਇੱਕ ਦਿਨ ਮੈਂ ਘਰ ਵਿੱਚ ਧਮਕੀ ਦੇ ਦਿੱਤੀ ਕਿ ਮੈਂ ਖੁਦਕੁਸ਼ੀ ਕਰ ਲਵਾਂਗੀ। ਉਸ ਦਿਨ ਮੇਰੇ ਭਰਾ ਨੇ ਭਾਬੀ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਸੀ। ਉਹ ਕਹਿਣ ਲੱਗੇ, ਹੁਣ ਤੂੰ ਇਸ ਘਰ ਵਿੱਚ ਨਹੀਂ ਆ ਸਕਦੀ ਜਦੋਂ ਤੱਕ ਸੁਨੀਲ ਅਤੇ ਨੇਹਾ ਦਾ ਵਿਆਹ ਪੱਕਾ ਨਹੀਂ ਹੋ ਜਾਂਦਾ। 1 ਮਹੀਨਾ ਹੋ ਗਿਆ ਸੀ ਕਿ ਸਾਨੂੰ ਖਬਰ ਮਿਲੀ ਕਿ ਸੁਨੀਲ ਦਾ ਵਿਆਹ ਹੋ ਗਿਆ ਹੈ। ਹੁਣ ਤਾਂ ਸਾਡੇ ਘਰ ਵਿੱਚ ਤੂਫਾਨ ਹੀ ਮਚ ਗਿਆ ਸੀ। ਮੈਂ ਖਾਣਾ ਪੀਣਾ ਬੰਦ ਕਰ ਦਿੱਤਾ ਸੀ ਤੇ ਮੇਰੀਆਂ ਅੱਖਾਂ ਦੇ ਵਿੱਚ ਡਾਰਕ ਸਰਕਲ ਪੈ ਗਏ ਸੀ। ਮਾਂ ਮੇਰੇ ਭਰਾ ਨੂੰ ਕਹਿਣ ਲੱਗੀ, ਤੂੰ ਮਾਲਾ ਨੂੰ ਤਲਾਕ ਦੇ ਦੇ, ਉਸ ਤੋਂ ਛੁਟਕਾਰਾ ਪਾ ਲੈ। ਉਹਨਾਂ ਨੂੰ ਵੀ ਪਤਾ ਚੱਲੇ ਕਿਸੇ ਦੀ ਧੀ ਨੂੰ ਦੁੱਖ ਦੇ ਕੇ ਕਿੱਦਾਂ ਲੱਗਦਾ ਹੈ। ਪਰ ਇਸ ਗੱਲ ਤੇ ਮੇਰਾ ਭਰਾ ਅੜ ਗਿਆ ਸੀ। ਉਹ ਕਹਿਣ ਲੱਗਾ ਕਿ ਨਹੀਂ, ਬਿਲਕੁਲ ਵੀ ਨਹੀਂ, ਮੈਂ ਆਪਣੀ ਘਰਵਾਲੀ ਨੂੰ ਤਲਾਕ ਨਹੀਂ ਦੇਵਾਂਗਾ। ਮੇਰੇ ਭਰਾ ਭਾਬੀ ਨੇ ਵੀ ਲਵ ਮੈਰਿਜ ਕੀਤੀ ਸੀ। ਉਹ ਆਪਣੀ ਘਰਵਾਲੀ ਨੂੰ ਖੋਣਾ ਨਹੀਂ ਚਾਹੁੰਦੇ ਸੀ। ਜਦੋਂ ਤੋਂ ਮਾਂ ਨੇ ਸੁਨੀਲ ਦੇ ਰਿਸ਼ਤੇ ਬਾਰੇ ਸੁਣਿਆ ਸੀ, ਉਹ ਤਾਂ ਪਾਗਲ ਹੋ ਗਈ ਸੀ। ਉਹਨਾਂ ਨੇ ਮੇਰੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਮਾਂ ਤੇ ਪਾਪਾ ਮੇਰੇ ਲਈ ਸਭ ਤੋਂ ਚੰਗਾ ਰਿਸ਼ਤਾ ਤਲਾਸ਼ ਕਰ ਰਹੇ ਸੀ। ਮੇਰੀ ਮਾਂ ਤਾਂ ਬਹੁਤ ਰਿਸ਼ਤਿਆਂ ਨੂੰ ਖੜੇ-ਖੜੇ ਮਨਾ ਕਰ ਦਿੰਦੀ ਸੀ
3 ਮਹੀਨਿਆਂ ਦੀ ਤਲਾਸ਼ ਤੋਂ ਬਾਅਦ ਆਖਰਕਾਰ ਮੇਰੇ ਮਾਂ-ਪਿਓ ਨੇ ਮੇਰੇ ਲਈ ਰਾਜਨ ਦਾ ਰਿਸ਼ਤਾ ਪਸੰਦ ਕੀਤਾ। ਇਹਨਾਂ 3 ਮਹੀਨਿਆਂ ਵਿੱਚ ਮੇਰੇ ਸਿਰ ਤੋਂ ਸੁਨੀਲ ਦੇ ਪਿਆਰ ਦਾ ਭੂਤ ਵੀ ਉਤਰ ਗਿਆ ਸੀ। ਮੈਂ ਰਾਜਨ ਦੀ ਫੋਟੋ ਦੇਖੀ ਤਾਂ ਉਹ ਮੈਨੂੰ ਚੰਗਾ ਲੱਗਿਆ। ਉਹ ਬਿਲਕੁਲ ਰਾਜਕੁਮਾਰਾਂ ਵਰਗਾ ਸੀ। ਮਾਂ ਨੇ ਦੱਸਿਆ ਕਿ ਬਹੁਤ ਵੱਡੇ ਲੋਕ ਨੇ, ਸਮਾਜ ਵਿੱਚ ਬਹੁਤ ਨਾਮ ਹੈ ਉਹਨਾਂ ਦਾ। ਮੈਂ ਬਹੁਤ ਖੁਸ਼ ਹੋ ਗਈ ਸੀ। ਮੇਰੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਸੀ। ਭਰਾ ਨੇ ਮਾਂ ਨੂੰ ਕਿਹਾ ਕਿ ਉਹ ਮਾਲਾ ਨੂੰ ਘਰ ਲੈ ਕੇ ਆਉਣਾ ਚਾਹੁੰਦਾ ਹੈ। ਮਾਂ ਨੇ ਕਿਹਾ ਇੱਕ ਵਾਰੀ ਨੇਹਾ ਨੂੰ ਇਸ ਘਰ ਤੋਂ ਵਿਦਾ ਹੋ ਕੇ ਚਲੀ ਜਾਵੇ, ਫਿਰ ਜੋ ਤੇਰੇ ਦਿਲ ਵਿੱਚ ਆਏ ਤੂੰ ਉਹ ਕਰੇ। ਕਿਤੇ ਏਦਾਂ ਨਾ ਹੋਏ ਕਿ ਨੇਹਾ ਮਾਲਾ ਨੂੰ ਦੇਖ ਕੇ ਇਸ ਰਿਸ਼ਤੇ ਤੋਂ ਨਾ ਕਰ ਦੇਵੇ। ਮੇਰੀ ਬੱਚੀ ਦੇ ਜ਼ਖਮ ਹਲੇ ਹਰੇ ਨੇ। ਤੇ ਮਾਂ ਦੀ ਗੱਲ ਅੱਗੇ ਮੇਰੇ ਭਰਾ ਨੇ ਸਿਰ ਝੁਕਾ ਦਿੱਤਾ ਸੀ। ਮੇਰੇ ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਹੋ ਰਹੀਆਂ ਸੀ, ਕਿਉਂਕਿ ਇਹ ਸਾਡੇ ਘਰ ਦਾ ਆਖਰੀ ਵਿਆਹ ਸੀ। ਇਸ ਲਈ ਇਹ ਵਿਆਹ ਬੜੀ ਧੂਮ-ਧਾਮ ਦੇ ਨਾਲ ਹੋਣਾ ਸੀ ਅਤੇ ਸਾਰੀਆਂ ਤਿਆਰੀਆਂ ਹੋ ਰਹੀਆਂ ਸਨ। ਆਖਰ ਮੇਰੀ ਵਿਦਾਈ ਦਾ ਦਿਨ ਵੀ ਆ ਗਿਆ ਸੀ। ਮੈਂ ਆਪਣੇ ਰਾਜਕੁਮਾਰ ਵਰਗੇ ਘਰਵਾਲੇ ਨਾਲ ਬੈਠੀ ਆਪਣੇ ਰੱਬ ਦਾ ਸ਼ੁਕਰ ਕੀਤਾ ਤੇ ਜਦੋਂ ਮੇਰੀ ਵਿਦਾਈ ਦਾ ਸਮਾਂ ਆਇਆ ਤੇ ਮੇਰੇ ਪਿਓ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਬੋਲੇ, ਧੀਏ, ਹੁਣ ਤੇਰਾ ਵਿਆਹ ਕਰ ਦਿੱਤਾ ਹੈ, ਉਸ ਘਰ ਵਿੱਚੋਂ ਤੇਰੀ ਅਰਥੀ ਉੱਠਣੀ ਚਾਹੀਦੀ ਹੈ। ਮੈਂ ਆਪਣੇ ਪਿਓ ਨੂੰ ਯਕੀਨ ਦਿਵਾਇਆ ਸੀ ਕਿ ਮੈਂ ਆਪਣਾ ਘਰ ਵਸਾਉਣ ਲਈ ਹਰ ਕੋਸ਼ਿਸ਼ ਕਰਾਂਗੀ। ਸਹੁਰੇ ਘਰ ਵਿੱਚ ਕੁਝ ਰਸਮਾਂ ਸੀ ਤੇ ਫਿਰ ਮੇਰੀ ਸੱਸ ਨੇ ਮੈਨੂੰ ਮੇਰੇ ਕਮਰੇ ਵਿੱਚ ਛੱਡ ਦਿੱਤਾ ਸੀ। ਮੈਂ ਆਪਣੇ ਦਹੇਜ ਵਿੱਚ ਮਿਲੇ ਬੈੱਡ ਤੇ ਜਾ ਕੇ ਬੈਠ ਗਈ ਸੀ। ਜਦੋਂ ਮੇਰਾ ਘਰਵਾਲਾ ਕਮਰੇ ਵਿੱਚ ਆਇਆ ਤਾਂ ਮੈਂ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਸੀ, ਪਰ ਰਾਜਨ ਨੇ ਨਾ ਤਾਂ ਮੇਰੀ ਤਾਰੀਫ਼ ਕੀਤੀ ਤੇ ਨਾ ਹੀ ਮੈਨੂੰ ਨਜ਼ਰ ਭਰ ਕੇ ਦੇਖਿਆ ਸੀ। ਰਾਜਨ ਬਸ ਇੰਨਾ ਕਿਹਾ ਕਿ ਨੇਹਾ, ਮੇਰੀ ਮਾਂ ਦੀ ਹਰ ਗੱਲ ਮੰਨਣੀ ਹੈ। ਥੋੜ੍ਹੀ ਦੇਰ ਬਾਅਦ ਮੇਰੀ ਸੱਸ ਕਮਰੇ ਵਿੱਚ ਆ ਗਈ ਸੀ। ਮੇਰੀ ਸੱਸ ਨੇ ਆਉਂਦੇ ਹੀ ਹੁਕਮ ਦਿੱਤਾ ਕਿ ਤੂੰ ਜੋ ਬੈੱਡ ਲੈ ਕੇ ਆਈ ਹੈ ਇਸ ਤੋਂ ਉੱਤਰ। ਮੈਨੂੰ ਬਹੁਤ ਹੈਰਾਨੀ ਹੋਈ। ਰਾਜਨ ਬੋਲਿਆ, ਨੇਹਾ, ਤੈਨੂੰ ਸੁਣ ਨਹੀਂ ਰਿਹਾ? ਮੈਂ ਜਲਦੀ ਨਾਲ ਆਪਣਾ ਭਾਰੀ ਲਹਿੰਗਾ ਸੰਭਾਲਦੇ ਹੋਏ ਖੜੀ ਹੋ ਗਈ ਸੀ। ਮੇਰੀ ਸੱਸ ਨੇ ਨੌਕਰਾਂ ਨੂੰ ਕਿਹਾ ਕਿ ਬੈੱਡ ਬਾਹਰ ਲੈ ਜਾਓ ਤੇ ਮੈਨੂੰ ਜ਼ਮੀਨ ਤੇ ਵਿਛਾਉਣ ਲਈ ਇੱਕ ਚਾਦਰ ਦੇ ਦਿੱਤੀ ਤੇ ਕਿਹਾ, ਅੱਜ ਦੀ ਰਾਤ ਤੂੰ ਇਸ ਚਾਦਰ ਤੇ ਸੌਣਾ। ਇਹ ਸਾਡੇ ਘਰ ਦਾ ਰਿਵਾਜ ਹੈ। ਨਵੀਂ ਬਹੂ ਚਾਦਰ ਤੇ ਸੌਂਦੀ ਹੈ ਤੇ ਮੈਨੂੰ ਆਪਣੀ ਸੱਸ ਦੀ ਇਹ ਗੱਲ ਪਸੰਦ ਨਹੀਂ ਆਈ, ਪਰ ਮੈਂ ਰਾਜਨ ਦੇ ਸਾਹਮਣੇ ਬਿਲਕੁਲ ਚੁੱਪ ਰਹੀ। ਬੜੇ ਲਾਡ ਪਿਆਰ ਵਿੱਚ ਪਲੀ ਸੀ ਤੇ ਜ਼ਮੀਨ ਤੇ ਵਿਛੀ ਚਾਦਰ ਤੇ ਕਿੱਦਾਂ ਸੌਂ ਸਕਦੀ ਸੀ। ਆਪਣੀ ਸੱਸ ਦੇ ਜਾਣ ਤੋਂ ਬਾਅਦ ਮੈਂ ਰਾਜਨ ਨੂੰ ਸ਼ਿਕਾਇਤ ਕੀਤੀ ਸੀ। ਮੈਂ ਕਿਹਾ ਕਿ ਮੈਨੂੰ ਜ਼ਮੀਨ ਤੇ ਸੌਣ ਦੀ ਆਦਤ ਨਹੀਂ ਹੈ। ਉਹ ਗੁੱਸੇ ਵਿੱਚ ਕਹਿਣ ਲੱਗੇ, ਨੇਹਾ, ਮੈਨੂੰ ਸ਼ਿਕਾਇਤ ਕਰਨ ਵਾਲੀਆਂ ਜਨਾਨੀਆਂ ਬਿਲਕੁਲ ਪਸੰਦ ਨਹੀਂ। ਮੈਂ ਚੁੱਪਚਾਪ ਜ਼ਮੀਨ ਤੇ ਬੈਠ ਗਈ ਸੀ ਤੇ ਮੇਰੀ ਸੱਸ ਫੇਰ ਇੱਕ ਵਾਰੀ ਕਮਰੇ ਵਿੱਚ ਆਈ ਤੇ ਬੋਲੀ ਕਿ ਨੇਹਾ, ਆਪਣੇ ਸੋਨੇ ਦੇ ਗਹਿਣੇ ਮੈਨੂੰ ਦੇ। ਮੈਂ ਜਲਦੀ ਨਾਲ ਸੋਨੇ ਦੇ ਗਹਿਣੇ ਵੀ ਦੇ ਦਿੱਤੇ ਤੇ ਉਹ ਬਾਹਰ ਨਿਕਲ ਗਈ। ਮੈਂ ਫਿਰ ਇੱਕ ਵਾਰੀ ਚਾਦਰ ਤੇ ਬੈਠੇ ਹੀ ਮੈਨੂੰ ਨੀਂਦ ਆਉਣ ਲੱਗੀ ਸੀ ਤੇ ਮੈਂ ਬੇਵੱਸ ਹੋ ਕੇ ਇੱਕ ਤਰਫ ਗਿਰ ਗਈ ਤੇ ਮੇਰੀ ਅੱਖ ਬਹੁਤ ਦੇਰ ਨਾਲ ਖੁੱਲ੍ਹੀ ਸੀ ਤੇ ਮੈਂ ਆਪਣੇ ਚਾਰੋਂ ਤਰਫ ਕੁਝ ਅਜਿਹਾ ਮਹਿਸੂਸ ਕੀਤਾ। ਜਿੱਦਾਂ ਹੀ ਮੇਰੀ ਨਜ਼ਰ ਚਾਦਰ ਤੇ ਪਈ, ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਸੀ, ਕਿਉਂਕਿ ਉੱਥੇ ਇੱਕ ਬਹੁਤ ਵੱਡਾ ਖੱਤ ਪਿਆ ਹੋਇਆ ਸੀ। ਮੈਂ ਆਪਣੇ ਕੰਬਦੇ ਹੱਥਾਂ ਨਾਲ ਉਸ ਖੱਤ ਨੂੰ ਖੋਲ੍ਹ ਕੇ ਦੇਖਿਆ, ਜਿਸ ਵਿੱਚ ਲਿਖਿਆ ਸੀ ਕਿ ਨੇਹਾ, ਤੈਨੂੰ ਇਹ ਖੱਤ ਪੜ੍ਹ ਕੇ ਬਹੁਤ ਦੁੱਖ ਹੋਣ ਵਾਲਾ ਹੈ। ਮੈਂ ਜਾਣਦਾ ਹਾਂ ਕਿ ਤੂੰ ਰੋਏਂਗੀ, ਤੈਨੂੰ ਸਮਝ ਵਿੱਚ ਨਹੀਂ ਆਉਣਾ ਤੇਰੇ ਨਾਲ ਏਦਾਂ ਕਿਉਂ ਹੋਇਆ, ਪਰ ਮੈਂ ਸੱਚ ਤੇਰੇ ਤੋਂ ਲੁਕਾਉਣਾ ਨਹੀਂ ਚਾਹੁੰਦਾ। ਮੈਂ ਰਾਜਨ ਨਹੀਂ ਹਾਂ। ਮੈਂ ਤਾਂ ਉਸ ਦਾ ਰੂਪ ਧਾਰਨ ਕੀਤਾ ਸੀ ਤੇ ਮੈਂ ਇੱਕ ਲੁਟੇਰਾ ਹਾਂ। ਤੇ ਜੋ ਔਰਤ ਮੇਰੀ ਮਾਂ ਬਣ ਗਈ ਤੇ ਤੇਰੇ ਘਰ ਆਈ ਸੀ, ਉਹ ਨਾ ਤਾਂ ਮੇਰੀ ਮਾਂ ਹੈ ਤੇ ਨਾ ਉਹ ਕੰਮ ਵਾਲੀ ਮੇਰੀ ਨੌਕਰਾਣੀ ਹੈ। ਅਸੀਂ ਤਿੰਨੋਂ ਇੱਕੋ ਗੈਂਗ ਦੇ ਮੈਂਬਰ ਹਾਂ। ਮੇਰੀ ਸ਼ਕਲ ਚੰਗੀ ਹੈ, ਇਸ ਲਈ ਧੰਦਾ ਅਪਣਾਇਆ ਹੈ। ਲੋਕਾਂ ਦੇ ਘਰਾਂ ਵਿੱਚ ਜਾ ਕੇ ਰਿਸ਼ਤੇ ਮੰਗਦੇ ਹਾਂ ਤੇ ਵਿਆਹ ਤੋਂ ਬਾਅਦ ਕੁੜੀ ਦੀ ਵਿਦਾਈ ਕਰਾ ਕੇ ਉਸ ਨੂੰ ਆਪਣੇ ਘਰ ਲੈ ਜਾਂਦੇ ਹਾਂ ਤੇ ਫਿਰ ਉਸ ਨੂੰ ਬੇਹੋਸ਼ੀ ਦੀ ਦਵਾਈ ਸੰਘਾ ਕੇ ਬੇਹੋਸ਼ ਕਰਕੇ ਸਭ ਕੁਝ ਲੁੱਟ ਕੇ ਲੈ ਜਾਂਦੇ ਹਾਂ। ਤੈਨੂੰ ਦਹੇਜ ਵਿੱਚ ਮਿਲੀ ਇੱਕ-ਇੱਕ ਚੀਜ਼ ਅਸੀਂ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਤੇ ਤਲਾਕ ਦੇ ਕਾਗਜ਼ ਵੀ ਪਏ ਨੇ। ਤੂੰ ਮੇਰੇ ਵੱਲੋਂ ਆਜ਼ਾਦ ਹਾਂ, ਪਰ ਤੈਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ, ਕਿਉਂਕਿ ਮੈਂ ਤੈਨੂੰ ਹੱਥ ਤੱਕ ਨਹੀਂ ਲਾਇਆ। ਜਿਸ ਤਰ੍ਹਾਂ ਤੂੰ ਮਾਸੂਮ ਵਿਦਾ ਹੋ ਕੇ ਆਈ ਸੀ, ਉਸੇ ਤਰ੍ਹਾਂ ਮਾਸੂਮ ਹੈ। ਆਪਣਾ ਧਿਆਨ ਰੱਖੀਂ। ਇਹ ਖੱਤ ਪੜ੍ਹ ਕੇ ਮੈਨੂੰ ਚੱਕਰ ਆਉਣ ਲੱਗੇ ਸੀ। ਮੈਂ ਆਲੇ-ਦੁਆਲੇ ਨਜ਼ਰ ਮਾਰੀ, ਸਿਵਾਏ ਉਸ ਚਾਦਰ ਦੇ ਜਿਸ ਤੇ ਮੈਂ ਸੌਈ ਸੀ ਉੱਥੇ ਕੁਝ ਵੀ ਨਹੀਂ ਸੀ। ਮੈਂ ਜਲਦੀ ਨਾਲ ਆਪਣਾ ਫ਼ੋਨ ਲੱਭਿਆ ਤਾਂ ਜੋ ਪਾਪਾ ਨੂੰ ਫ਼ੋਨ ਕਰਕੇ ਬੁਲਾ ਲਵਾਂ, ਪਰ ਮੇਰਾ ਮੋਬਾਈਲ ਵੀ ਆਪਣੇ ਨਾਲ ਲੈ ਗਏ ਸੀ। ਮੈਂ ਉੱਚੀ-ਉੱਚੀ ਰੋਣ ਲੱਗੀ ਤੇ ਮੇਰੀ ਅੱਖਾਂ ਦੇ ਸਾਹਮਣੇ ਮਾਲਾ ਭਾਬੀ ਦੀ ਸ਼ਕਲ ਆ ਗਈ ਸੀ। ਉਹ ਮੈਨੂੰ ਪੁੱਛ ਰਹੀ ਸੀ, ਨੇਹਾ, ਮੈਂ ਤੈਨੂੰ ਹਮੇਸ਼ਾ ਪਿਆਰ ਦਿੱਤਾ, ਇੱਜ਼ਤ ਦਿੱਤੀ, ਪਰ ਤੂੰ ਮੇਰੇ ਨਾਲ ਇਹ ਕੀ ਕੀਤਾ? ਤੈਨੂੰ ਕਿੱਦਾਂ ਲੱਗਦਾ ਹੈ ਜੋ ਬਿਨਾਂ ਵਜ੍ਹਾ ਦੇ ਦਰਦ ਸਹਿੰਦਾ ਹੈ, ਉਸ ਦੀ ਹਾਏ ਬੇਕਾਰ ਨਹੀਂ ਜਾਂਦੀ?
ਤੈਨੂੰ ਪਤਾ ਨਹੀਂ ਦੁਖੀ ਇਨਸਾਨ ਦੀ ਹਾਏ ਪਰਮਾਤਮਾ ਤੱਕ ਪਹੁੰਚਦੀ ਹੈ। ਨੇਹਾ ਤੈਨੂੰ ਮੇਰੀ ਹਾਏ ਲੱਗੀ ਹੈ, ਹੁਣ ਤੂੰ ਭੁਗਤ। ਮੈਂ ਜ਼ਮੀਨ ਤੇ ਬੈਠ ਕੇ ਕੁਝ ਘੰਟੇ ਰੋਂਦੀ ਰਹੀ ਸੀ, ਫਿਰ ਬੜੀ ਮੁਸ਼ਕਲ ਨਾਲ ਹਿੰਮਤ ਜੁਟਾ ਕੇ ਖੜੀ ਹੋਈ ਤੇ ਬਾਹਰ ਆਈ ਤੇ ਮੈਨੂੰ ਇੱਕ ਟੈਕਸੀ ਮਿਲ ਗਈ। ਮੈਂ ਘਬਰਾਈ ਹੋਈ ਸੀ। ਘਰ ਪਹੁੰਚੀ। ਮੇਰੇ ਘਰ ਵਿੱਚ ਪਹੁੰਚਦੇ ਹੀ ਹਫੜਾ ਤਫੜੀ ਮੱਚੀ ਸੀ। ਪਾਪਾ ਨੇ ਮੈਨੂੰ ਝਿੜਕਿਆ ਤੇ ਪੁੱਛਿਆ, ਨੇਹਾ ਦੱਸ ਕੀ ਹੋ ਗਿਆ? ਮੈਂ ਆਪਣੇ ਪਿਓ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਸੀ। ਮਾਂ ਆਪਣਾ ਸਿਰ ਫੜ ਕੇ ਬਹਿ ਗਈ ਸੀ। ਮੈਂ ਭੱਜ ਕੇ ਆਪਣੇ ਭਰਾ ਕੋਲ ਗਈ ਤੇ ਬੋਲੀ, ਤੁਹਾਨੂੰ ਮੇਰੀ ਸਹੁੰ ਹੈ, ਭਾਬੀ ਨੂੰ ਘਰ ਲੈ ਕੇ ਆਓ। ਮੈਂ ਉਹਨਾਂ ਦੇ ਨਾਲ ਬੜੀ ਨਾਇਨਸਾਫ਼ੀ ਕੀਤੀ ਹੈ, ਉਸ ਦੀ ਸਜ਼ਾ ਮੈਨੂੰ ਮਿਲੀ ਹੈ। ਮੇਰੇ ਭਰਾ ਨੇ ਮੈਨੂੰ ਗਲ ਲਾ ਕੇ ਹੌਸਲਾ ਦਿੱਤਾ ਸੀ। ਮੇਰੀ ਜਿੱਦ ਤੇ ਮੇਰਾ ਭਰਾ ਭਾਬੀ ਨੂੰ ਸ਼ਾਮ ਨੂੰ ਘਰ ਲੈ ਕੇ ਆਇਆ। ਮੈਂ ਭਾਬੀ ਦੇ ਸਾਹਮਣੇ ਹੱਥ ਜੋੜ ਦਿੱਤੇ ਤੇ ਉਹਨਾਂ ਤੋਂ ਮਾਫ਼ੀ ਮੰਗੀ ਸੀ। ਮਾਂ ਨੇ ਵੀ ਭਾਬੀ ਤੋਂ ਮਾਫ਼ੀ ਮੰਗੀ ਸੀ। ਭਾਬੀ ਨੇ ਮੈਨੂੰ ਗਲੇ ਲਾਉਂਦੇ ਹੋਏ ਕਿਹਾ ਕਿ ਮੈਂ ਕਦੀ ਵੀ ਤੇਰੇ ਲਈ ਬੁਰਾ ਨਹੀਂ ਸੋਚਣਾ, ਤੂੰ ਫਿਕਰ ਨਾ ਕਰ, ਪਰਮਾਤਮਾ ਸਭ ਕੁਝ ਚੰਗਾ ਹੀ ਕਰੂਗਾ। ਸੁਨੀਲ ਦੇ ਘਰ ਧੀ ਪੈਦਾ ਹੋ ਗਈ ਸੀ। ਸਾਰੇ ਬਹੁਤ ਖੁਸ਼ ਸੀ। ਸੁਨੀਲ ਤੇ ਉਸਦੀ ਘਰਵਾਲੀ ਪੂਰੇ ਪਰਿਵਾਰ ਲਈ ਇੱਕ ਮਿਸਾਲ ਸੀ। ਮੇਰੇ ਦਿਲ ਵਿੱਚ ਗਹਿਰੀ ਉਦਾਸੀ ਫੈਲ ਗਈ ਸੀ ਕਿ ਕਾਸ਼ ਸੁਨੀਲ ਮੈਨੂੰ ਅਪਣਾ ਲੈਂਦਾ ਤਾਂ ਮੈਨੂੰ ਇੰਨਾ ਦੁੱਖ ਨਾ ਦੇਖਣਾ ਪੈਂਦਾ। ਉਹਨਾਂ ਦਿਨਾਂ ਵਿੱਚ ਭਾਬੀ ਦੀ ਇੱਕ ਸਹੇਲੀ ਆਪਣੇ ਇਕਲੌਤੇ ਭਾਈ ਦਾ ਰਿਸ਼ਤਾ ਲੈ ਕੇ ਆਈ ਸੀ। ਮਾਂ ਪਿਓ ਨੂੰ ਰਿਸ਼ਤਾ ਪਸੰਦ ਆ ਗਿਆ ਤਾਂ ਮੈਂ ਸਿਰ ਝੁਕਾ ਲਿਆ ਸੀ, ਲੇਕਿਨ ਇਸ ਵਾਰੀ ਮੇਰੇ ਦਿਲ ਵਿੱਚ ਕੋਈ ਉਮੀਦ ਨਹੀਂ ਪਾਲੀ ਸੀ। ਕਰਦੇ ਕਰਾਉਂਦੇ ਮੇਰੀ ਵਿਦਾਈ ਦਾ ਦਿਨ ਆ ਗਿਆ ਸੀ। ਮੈਂ ਰਮੇਸ਼ ਦੀ ਦੁਲਹਨ ਬਣੀ ਬੈਠੀ ਸੀ। ਉਸਨੇ ਮੇਰਾ ਘੁੰਡ ਚੁੱਕਿਆ ਤਾਂ ਮੇਰੀ ਤਾਰੀਫ਼ ਕਰਦਾ ਨਹੀਂ ਥੱਕਿਆ। ਜਿੱਦਾਂ ਜਿੱਦਾਂ ਦਿਨ ਬੀਤਦੇ ਗਏ ਮੈਨੂੰ ਸਪਸ਼ਟ ਹੋ ਗਿਆ ਕਿ ਰਮੇਸ਼ ਇੱਕ ਬਹੁਤ ਚੰਗਾ ਇਨਸਾਨ ਹੈ ਤੇ ਇੱਕ ਚੰਗਾ ਘਰ ਵਾਲਾ ਵੀ ਹੈ। ਉਸ ਦੀ ਸੰਗਤ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ। ਮੈਂ ਉਹਦੇ ਨਾਲ ਬਹੁਤ ਖੁਸ਼ ਹਾਂ ਤੇ ਮੈਨੂੰ ਆਪਣੀ ਜ਼ਿੰਦਗੀ ਤੋਂ ਸਬਕ ਸਿੱਖਿਆ ਹੈ ਕਿ ਕਿਸੇ ਵੀ ਚੀਜ਼ 'ਚ ਚੰਗਾ ਹੋਵੇ ਜਾਂ ਨਾ ਹੋਵੇ, ਇਨਸਾਨੀਅਤ ਵੀ ਚੰਗਾ ਹੋਣਾ ਚਾਹੀਦਾ ਹੈ। ਪਰਮਾਤਮਾ ਕਿਸੇ ਵੀ ਇਨਸਾਨ ਤੇ ਕੀਤੇ ਜ਼ੁਲਮ ਬਰਦਾਸ਼ਤ ਨਹੀਂ ਕਰਦਾ ਤੇ ਕਿਸੇ ਨਾਲ ਕੀਤੀ ਭਲਾਈ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰ ਦਿਓ ਤਾਂ ਜੋ ਅਗਲੀ ਕਹਾਣੀ ਤੁਹਾਡੇ ਕੋਲ ਜਲਦੀ ਤੇ ਪਹਿਲਾਂ ਪਹੁੰਚੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਪੰਜਾਬੀ ਵਿਰਸਾ ਕਹਾਣੀ ਨੂੰ ਸਪੋਰਟ ਕਰਿਓ। ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।